ਸਤਿ ਸ਼੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਟੀਵੀ ਪੰਜਾਬ। ਮੈਂ ਹਾਂ ਜਸਵੀਰ ਤੇ ਖਬਰਾਂ ਦੇ ਇਸ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ। ਸਭ ਤੋਂ ਪਹਿਲਾਂ ਨਜ਼ਰ ਪਾਉਂਦੇ ਹਾਂ ਹੈਡਲਾਈਨਸ ਤੇ। ਯੂਕਰੇਨ ਨੂੰ ਕਲਸਟਰ ਹਥਿਆਰ ਭੇਜਣ ਦੇ ਖਿਲਾਫ ਕੈਨੇਡਾ ਸਰਕਾਰ ਨੇ ਕਿਹਾ ਕਿ ਅਸੀਂ ਕਲਸਟਰ ਹਥਿਆਰਾਂ ਦੀ ਵਰਤੋਂ ਦਾ ਸਮਰਥਨ ਨਹੀਂ ਕਰਦੇ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਫੈਡਰਲ ਸਰਕਾਰ BC ਬੰਦਰਗਾਹ ਹੜਤਾਲ ਨੂੰ ਖਤਮ ਕਰਨ ਲਈ ਦੋਵਾਂ ਪਾਸਿਆਂ ਤੇ ਦਬਾਅ ਪਾਉਣਾ ਜਾਰੀ ਰੱਖੇਗੀ। ਟਰਾਂਸਪੋਰਟ ਮੰਤਰੀ ਨੇ ਸਰਕਾਰ ਨੂੰ ਕਿਹਾ ਸੀ ਬੈਕ ਟੂ ਵਰਕ ਕਾਨੂੰਨ ਤੇ ਵਿਚਾਰ ਕਰਨ। ਡਾਊਨਟਾਊਨ ਟੋਰਾਂਟੋ 'ਚ ਇੱਕ ਡੇ ਕੇਅਰ ਨੇੜੇ ਗੋਲੀਬਾਰੀ 'ਚ ਇੱਕ ਔਰਤ ਦੀ ਮੌਤ। ਪੁਲਿਸ 2 ਸ਼ੱਕੀਆਂ ਦੀ ਤਲਾਸ਼ ਕਰ ਰਹੀ ਹੈ। ਸ਼ੱਕੀਆਂ ਨੂੰ ਆਖਰੀ ਵਾਰ ਉੱਤਰ ਵੱਲ ਜਾਣ ਵਾਲੀ ਕੁਈਨ ਸਟਰੀਟ ਈਸਟ ਤੇ ਦੇਖਿਆ ਗਿਆ। ਕੈਨੇਡਾ 'ਚ ਇੱਕ ਪੰਜਾਬੀ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਹੋਈ ਮੌਤ। ਮਾਡਲਿੰਗ ਦੇ ਖੇਤਰ 'ਚ ਸਰਗਰਮ ਸੀ ਇਹ ਨੌਜਵਾਨ। ਯੂਕਰੇਨ ਨੂੰ ਕਲਸਟਰ ਹਥਿਆਰ ਭੇਜਣ ਦੇ ਬਾਈਡਨ ਪ੍ਰਸ਼ਾਸਨ ਦੇ ਫੈਸਲੇ ਤੋਂ ਬਾਅਦ ਕੈਨੇਡਾ ਵਿਵਾਦਿਤ ਹਥਿਆਰਾਂ ਦੀ ਵਰਤੋਂ ਦੇ ਖਿਲਾਫ ਆਪਣੇ ਰੁਖ ਨੂੰ ਦੁਹਰਾਉਂਦਾ ਨਜ਼ਰ ਆ ਰਿਹਾ ਹੈ। ਕੈਨੇਡਾ ਸਰਕਾਰ ਨੇ ਕਿਹਾ ਕਿ ਅਸੀਂ ਕਲਸਟਰ ਹਥਿਆਰਾਂ ਦੀ ਵਰਤੋਂ ਦਾ ਸਮਰਥਨ ਨਹੀਂ ਕਰਦੇ ਹਾਂ ਤੇ ਨਾਗਰਿਕਾਂ ਖਾਸ ਕਰਕੇ ਬੱਚਿਆਂ ਤੇ ਕਲਸਟਰ ਹਥਿਆਰਾਂ ਦੇ ਪ੍ਰਭਾਵਾਂ ਨੂੰ ਖਤਮ ਕਰਨ ਲਈ ਵਚਨਬੱਧ ਹਾਂ। ਰੂਸ ਦੇ ਹਮਲੇ ਦੌਰਾਨ ਯੂਕਰੇਨ ਨੂੰ ਕਲਸਟਰ ਹਥਿਆਰ ਭੇਜਣ ਦੇ ਬਾਈਡਨ ਪ੍ਰਸ਼ਾਸਨ ਦੇ ਫੈਸਲੇ ਤੋਂ ਬਾਅਦ ਕੈਨੇਡਾ ਵਿਵਾਦਿਤ ਹਥਿਆਰਾਂ ਦੀ ਵਰਤੋਂ ਦੇ ਖਿਲਾਫ ਆਪਣੇ ਰੁਖ ਨੂੰ ਦੁਹਰਾ ਰਿਹਾ ਹੈ। ਕੈਨੇਡਾ ਸਰਕਾਰ ਨੇ ਕਿਹਾ ਹੈ ਕਿ ਹਥਿਆਰਾਂ ਬਾਰੇ ਉਸ ਦੀ ਲੰਬੇ ਸਮੇਂ ਦੀ ਸਥਿਤੀ ਸਪਸ਼ਟ ਹੈ ਕਿ ਕੈਨੇਡਾ ਬਾਰੂਦੀ ਸੁਰੰਗਾਂ ਵਿਰੁੱਧ ਕੈਨੇਡਾ ਦੀ ਪਾਬੰਦੀ ਦੇ ਅਨੁਸਾਰ ਇਸ ਦੀ ਵਰਤੋਂ ਦੇ ਖਿਲਾਫ ਹੈ। ਬਿਆਨ 'ਚ ਕਿਹਾ ਗਿਆ ਹੈ ਕਿ ਓਟਵਾ ਸੰਧੀ ਤੇ ਬਾਰੂਦੀ ਸੁਰੰਗਾਂ ਤੇ ਪਾਬੰਦੀ ਲਗਾਉਣ ਲਈ ਲੋਇਡ ਐਕਸਵਰਥੀ ਦੇ ਸ਼ਾਨਦਾਰ ਕੰਮ ਨੂੰ ਅੱਗੇ ਵਧਾਉਂਦੇ ਹੋਏ ਕੈਨੇਡਾ ਨੇ ਕਲਸਟਰ ਜੰਗੀ ਹਥਿਆਰਾਂ ਤੇ ਕਨਵੈਨਸ਼ਨ ਨੂੰ ਅਪਣਾਉਣ ਦਾ ਚੈਂਪੀਅਨ ਬਣਾਇਆ, ਜਿਸ ਨੂੰ ਹੁਣ 100 ਤੋਂ ਵੱਧ ਦੇਸ਼ਾਂ ਦੁਆਰਾ ਪ੍ਰਮਾਣਿਤ ਕੀਤਾ ਗਿਆ ਹੈ। ਬਿਆਨ 'ਚ ਕਿਹਾ ਗਿਆ ਹੈ ਕਿ ਅਸੀਂ ਕਲਸਟਰ ਹਥਿਆਰਾਂ ਦੀ ਵਰਤੋਂ ਦਾ ਸਮਰਥਨ ਨਹੀਂ ਕਰਦੇ ਹਾਂ ਅਤੇ ਨਾਗਰਿਕਾਂ ਖਾਸ ਕਰਕੇ ਬੱਚਿਆਂ ਉੱਤੇ ਕਲਸਟਰ ਹਥਿਆਰਾਂ ਦੇ ਪ੍ਰਭਾਵ ਨੂੰ ਖਤਮ ਕਰਨ ਲਈ ਵਚਨਬੱਧ ਹਾਂ। ਕੈਨੇਡਾ ਨੇ 123 ਦੇਸ਼ਾਂ ਦੇ ਨਾਲ 2008 'ਚ ਪੇਸ਼ ਕੀਤੇ ਗਏ ਕਲਸਟਰ ਹਥਿਆਰਾਂ ਬਾਰੇ ਕਨਵੈਨਸ਼ਨ ਦਾ ਵਾਅਦਾ ਕੀਤਾ ਹੈ, ਜੋ ਕਲਸਟਰ ਹਥਿਆਰਾਂ ਦੇ ਉਤਪਾਦਨ, ਵਰਤੋਂ, ਟ੍ਰਾਂਸਫਰ ਅਤੇ ਭੰਡਾਰਨ ਤੇ ਪਾਬੰਦੀ ਲਗਾਉਂਦਾ ਹੈ। 1997 'ਚ ਕੈਨੇਡਾ ਨੇ ਓਟਾਵਾ ਸੰਧੀ ਨੂੰ ਹਥਿਆਰਾਂ ਤੇ ਪਾਬੰਦੀ ਲਗਾਉਣ ਲਈ ਪੇਸ਼ ਕੀਤਾ, ਜਿਸ ਨਾਲ ਨਾਗਰਿਕਾਂ ਦੀਆਂ ਸੱਟਾਂ ਤੇ ਮੌਤਾਂ ਹੋ ਸਕਦੀਆਂ ਨੇ। ਸ਼ੁੱਕਰਵਾਰ ਨੂੰ US, ਜੋ ਕਿ ਗਲੋਬਲ ਸੰਮੇਲਨ ਦਾ ਹਿੱਸਾ ਨਹੀਂ ਹੈ, ਨੇ ਘੋਸ਼ਣਾ ਕੀਤੀ ਕਿ ਉਹ ਨਾਗਰਿਕਾਂ ਦੇ ਜ਼ੋਖਮ ਦੇ ਬਾਵਜੂਦ ਯੂਕਰੇਨ ਨੂੰ ਕਲਸਟਰ ਹਥਿਆਰ ਭੇਜੇਗਾ। ਵਾਈਟ ਹਾਊਸ ਦੀ ਬਰੀਫਿੰਗ ਦੌਰਾਨ US ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਜੇਕ ਸੁਲੀਵਨ ਨੇ ਦਲੀਲ ਦਿੱਤੀ ਕਿ ਕਿਉਂਕਿ ਯੂਕਰੇਨ ਕੋਲ ਕਾਫੀ ਤੋਪਖਾਨੇ ਨਹੀਂ ਹਨ, ਇਸ ਲਈ ਹਥਿਆਰਾਂ ਦੀ ਵਰਤੋਂ ਯੂਕਰੇਨ ਦੇ ਖੇਤਰ 'ਚ ਜਾਣ ਵਾਲੇ ਰੂਸੀ ਸੈਨਿਕਾਂ ਦੇ ਵਿਰੁੱਧ ਵਧੇਰੇ ਨਾਗਰਿਕਾਂ ਦੀ ਜਾਨ ਬਚਾਉਣ ਲਈ ਕੀਤੀ ਜਾ ਸਕਦੀ ਹੈ। ਯੁੱਧ ਦੀ ਸ਼ੁਰੂਆਤ ਤੋਂ ਲੈ ਕੇ ਕੈਨੇਡਾ ਨੇ ਯੂਕਰੇਨ ਲਈ $8 ਬਿਲੀਅਨ ਦੀ ਸਹਾਇਤਾ ਦਾ ਯੋਗਦਾਨ ਪਾਇਆ ਹੈ, ਜਿਸ ਵਿੱਚੋਂ $1 ਬਿਲੀਅਨ ਫੌਜੀ ਸਹਾਇਤਾ ਵੱਲ ਚਲਾ ਗਿਆ ਹੈ, ਜਿਸ ਵਿੱਚ 8 ਲਿਓਪਾਰਡ 2 ਮੁੱਖ ਜੰਗੀ ਟੈਂਕਾਂ ਦਾ ਦਾਨ ਸ਼ਾਮਲ ਹੈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਕਹਿਣਾ ਹੈ ਕਿ ਫੈਡਰਲ ਸਰਕਾਰ ਬ੍ਰਿਟਿਸ਼ ਕੋਲੰਬੀਆ ਬੰਦਰਗਾਹ ਹੜਤਾਲ ਨੂੰ ਖਤਮ ਕਰਨ ਲਈ ਦੋਵਾਂ ਪਾਸਿਆਂ ਤੇ ਦਬਾਅ ਪਾਉਣਾ ਜਾਰੀ ਰੱਖੇਗੀ, ਕਿਉਂਕਿ ਰੋਕ 7ਵੇਂ ਦਿਨ ਵੀ ਜਾਰੀ ਰਹੇਗੀ। ਅਲਬਰਟਾ ਦੇ ਟਰਾਂਸਪੋਰਟ ਮੰਤਰੀ ਡੇਵਿਨ ਡ੍ਰੀਸ਼ਰ ਨੇ ਪਹਿਲਾਂ ਫੈਡਰਲ ਸਰਕਾਰ ਨੂੰ ਬੈਕ ਟੂ ਵਰਕ ਕਾਨੂੰਨ ਤੇ ਵਿਚਾਰ ਕਰਨ ਲਈ ਕਿਹਾ ਸੀ, ਜਦਕਿ ਯੂਨੀਅਨ ਨੇ ਐਮਪਲੋਇਰਸ ਤੇ ਦੋਸ਼ ਲਗਾਇਆ ਹੈ ਕਿ ਉਹ ਸਰਕਾਰ ਤੋਂ ਆਪਣਾ ਡਰਟੀ ਵਰਕ ਕਰਵਾਉਣ ਦੀ ਕੋਸ਼ਿਸ਼ ਕਰ ਰਹੇ ਨੇ। ਅਲਬਰਟਾ ਦੇ ਪ੍ਰੀਮੀਅਰ ਡੈਨੀਅਲ ਸਮਿਥ ਨੇ ਕਿਹਾ ਹੈ ਕਿ ਹੜਤਾਲ ਉਸ ਦੇ ਸੂਬੇ ਲਈ ਬਹੁਤ ਜ਼ਿਆਦਾ ਮੁਸ਼ਕਲਾਂ ਪੈਦਾ ਕਰ ਰਹੀ ਹੈ, ਜਦਕਿ ਦੂਜੇ ਪਾਸੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਕਹਿਣਾ ਹੈ ਕਿ ਫੈਡਰਲ ਸਰਕਾਰ ਬ੍ਰਿਟਿਸ਼ ਕੋਲੰਬੀਆ ਬੰਦਰਗਾਹ ਹੜਤਾਲ ਨੂੰ ਖਤਮ ਕਰਨ ਲਈ ਦੋਵਾਂ ਪਾਸਿਆਂ ਤੇ ਦਬਾਅ ਪਾਉਣਾ ਜਾਰੀ ਰੱਖੇਗੀ, ਕਿਉਂਕਿ ਇਹ ਰੋਕ ਅਜੇ 7ਵੇਂ ਦਿਨ ਵੀ ਜਾਰੀ ਰਹੇਗੀ। ਟਰੂਡੋ, ਜੋ ਕੈਲਗਰੀ 'ਚ ਨੇ, ਉਹਨਾਂ ਕਿਹਾ ਕਿ ਉਹ ਇਸ ਗੱਲ ਤੋਂ ਜਾਣੂ ਹਨ ਕਿ ਪ੍ਰੈਰੀਜ਼ 'ਚ ਉਤਪਾਦਕਾਂ ਉੱਤੇ ਹੜਤਾਲ ਕਿੰਨੀ ਪ੍ਰਭਾਵਸ਼ਾਲੀ ਰਹੀ ਹੈ। ਇੰਟਰਨੈਸ਼ਨਲ ਲੌਂਗਸ਼ੋਰ ਐਂਡ ਵੇਅਰਹਾਊਸ ਯੂਨੀਅਨ ਕੈਨੇਡਾ ਦੇ ਲਗਭਗ 7,400 ਮੈਂਬਰਾਂ ਨੇ ਸ਼ਨੀਵਾਰ ਨੂੰ BC ਦੀਆਂ ਲਗਭਗ 30 ਬੰਦਰਗਾਹਾਂ ਤੇ ਨੌਕਰੀ ਛੱਡ ਦਿੱਤੀ। ਸੋਮਵਾਰ ਨੂੰ ਗੱਲਬਾਤ ਬਾਅਦ ਸਾਹਮਣੇ ਆਏ ਡੈਡਲੌਕ ਦੇ ਟੁੱਟਣ ਦਾ ਕੋਈ ਸੰਕੇਤ ਨਹੀਂ ਮਿਲਿਆ। BC ਮੈਰੀਟਾਈਮ ਇੰਪਲਾਇਰਜ਼ ਐਸੋਸੀਏਸ਼ਨ ਯੂਨੀਅਨ ਨੂੰ
ਸਵੈ ਇੱਛਿਤ ਵਿਚੋਲਗੀ ਆਰਬਿਟ੍ਰੇਸ਼ਨ ਪ੍ਰਕਿਰਿਆ ਦੇ ਤਹਿਤ ਸੌਦੇਬਾਜ਼ੀ ਤੇ ਵਾਪਸ ਜਾਣ ਦੀ ਅਪੀਲ ਕੀਤੀ ਜਾ ਰਹੀ ਹੈ, ਜਦਕਿ ਯੂਨੀਅਨ ਨੇ ਇੰਪਲੋਇਰਸ ਦੇ ਉੱਤੇ ਦੋਸ਼ ਲਗਾਇਆ ਹੈ ਕਿ ਉਹ ਸਰਕਾਰ ਤੋਂ ਆਪਣਾ ਡਰਟੀ ਵਰਕ ਕਰਵਾਉਣ ਦੀ ਕੋਸ਼ਿਸ਼ ਕਰ ਰਹੇ ਨੇ। ਟਰੂਡੋ ਨੇ ਇਹ ਵੀ ਕਿਹਾ ਕਿ ਸਭ ਤੋਂ ਵਧੀਆ ਸੌਦੇਬਾਜ਼ੀ ਟੇਬਲ ਤੇ ਹੀ ਕੀਤੇ ਜਾਂਦੇ ਨੇ। ਅਲਬਰਟਾ ਦੇ ਟਰਾਂਸਪੋਰਟ ਮੰਤਰੀ ਡੇਵਿਨ ਡ੍ਰੀਸ਼ਨ ਨੇ ਪਹਿਲਾਂ ਫੈਡਰਲ ਸਰਕਾਰ ਨੂੰ ਬੈਕ ਟੂ ਵਰਕ ਕਾਨੂੰਨ ਤੇ ਵਿਚਾਰ ਕਰਨ ਲਈ ਕਿਹਾ ਸੀ। Responders and firefighters from around the world are helping out here in communities. I'm glad to be sitting down to speak with the Premier about how we create great jobs and grow the Alberta economy, because that's of tremendous benefit not just to people here in Alberta, not just to the country's economy as well, although it is significantly, but also in generating solutions for the world. Alberta has long been an extraordinarily innovative leader in providing energy to the continent and indeed the world, and the kinds of innovations, whether it's around hydrogen, whether it's around chemicals, whether it's around a range of things, solar, renewables, all sorts of really exciting things going on here in Alberta that we're extremely supportive of and looking forward to working together. You've highlighted one of the great achievements that we're looking towards, which is this working group, where we will be able to sit down and really look at what our experts are saying, what your experts are saying, figure out the common ground, figure out the path forward that's going to make sure we're responding to the energy needs of a growing economy around the world, while at the same time making sure we get to that net zero by 2050 that we all agree on. There's lots of things to work through, but I can say there's been a really positive and constructive working relationship between our ministers and our folks from the very beginning, so we're looking forward to keeping up on that. And of course we'll be talking briefly about the BC strike as well. I know how impactful it is on producers across the prairies, including here in Alberta. It will be, we believe fundamentally that the best deals are always found at the bargaining table, and we will keep putting a lot of pressure on all parties to find that solution that I know is out there, but I also know that pressure is mounting day by day, and people are really worried what could look like next week, and we are as well. So I'm really pleased to be here today, looking forward to this conversation. ਡਾਊਨਟਾਊਨ ਟੋਰਾਂਟੋ 'ਚ ਇੱਕ ਡੇ ਕੇਅਰ ਨੇੜੇ ਦਿਨ ਵੇਲੇ ਗੋਲੀਬਾਰੀ 'ਚ ਇੱਕ ਔਰਤ ਦੀ ਮੌਤ ਹੋ ਗਈ। ਪੁਲਿਸ ਨੂੰ ਪਤਾ ਲੱਗਾ ਹੈ ਕਿ 3 ਵਿਅਕਤੀ ਸਰੀਰਕ ਤੇ ਜ਼ੁਬਾਨੀ ਤਕਰਾਰ 'ਚ ਸ਼ਾਮਲ ਸਨ, ਜਿਸ ਕਾਰਨ ਔਰਤ ਨੂੰ ਗੋਲੀ ਮਾਰ ਦਿੱਤੀ ਗਈ। ਡਿਊਟੀ ਇੰਸਪੈਕਟਰ ਮਿਸ਼ੇਲ ਓਲਸ ਜ਼ੇਵਸਕੀ ਦਾ ਕਹਿਣਾ ਹੈ ਕਿ ਪੀੜਤਾ ਨੂੰ ਨੇੜਲੇ ਟਰਾਮਾ ਸੈਂਟਰ ਲਿਜਾਇਆ ਗਿਆ, ਜਿੱਥੇ ਬਾਅਦ 'ਚ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਫੋਰਸ ਦਾ ਕਹਿਣਾ ਹੈ ਕਿ ਉਹ 2 ਸ਼ੱਕੀਆਂ ਦੀ ਤਲਾਸ਼ ਕਰ ਰਹੀ ਹੈ। ਦੋਵਾਂ ਨੂੰ ਕਾਲੇ ਆਦਮੀ ਦੱਸਿਆ ਜਾ ਰਿਹਾ ਹੈ। ਇੱਕ ਨੇ ਫੁੱਲਦਾਰ ਪ੍ਰਿੰਟ ਵਾਲੀ ਗੂੜੀ ਟੀ-ਸ਼ਰਟ ਪਹਿਨੀ ਹੋਈ ਹੈ ਤੇ ਦੂਜੇ ਨੇ ਖੂਨ ਨਾਲ ਲੱਥਪੱਥ ਚਿੱਟੀ ਕਮੀਜ਼ ਪਾਈ ਹੋਈ ਹੈ। ਸ਼ੱਕੀਆਂ ਨੂੰ ਆਖਰੀ ਵਾਰ ਉੱਤਰ ਵੱਲ ਜਾਣ ਵਾਲੀ ਕੁਈਨ ਸਟਰੀਟ ਈਸਟ ਤੇ ਦੇਖਿਆ ਗਿਆ ਸੀ। ਕੈਨੇਡਾ ਦੀ ਇੱਕ ਅਦਾਲਤ ਨੇ ਥੰਬਸ ਅਪ ਇਮੋਜੀ ਨੂੰ ਅਧਿਕਾਰਤ ਦਸਤਖਤ ਮੰਨਣ ਤੇ ਇੱਕ ਕਿਸਾਨ ਤੇ $61,442 ਲਗਭਗ 50 ਲੱਖ ਰੁਪਏ ਦਾ ਜੁਰਮਾਨਾ ਲਾਇਆ ਹੈ। ਘਟਨਾ ਕੈਨੇਡਾ ਦੇ ਸਸਕੈਚੁਅਨ ਖੇਤਰ ਦੀ ਹੈ। ਇਸ ਮਾਮਲੇ 'ਚ ਦੋਨੋਂ ਧਿਰਾਂ ਆਪਣੀ ਸਫਾਈ ਵੀ ਦੇ ਰਹੀਆਂ ਨੇ। ਮੈਸੇਜਿੰਗ ਵਿੱਚ ਅਸੀਂ ਧੜੱਲੇ ਨਾਲ ਅਕਸਰ ਆਪਣੀਆਂ ਭਾਵਨਾਵਾਂ ਨੂੰ ਸਾਂਝਾ ਕਰਨ ਲਈ ਇਮੋਜੀ ਦੀ ਵਰਤੋਂ ਕਰਦੇ ਹਾਂ। ਅਜਿਹਾ ਕਰਨ ਨਾਲ ਅਸੀਂ ਕੀ ਮਹਿਸੂਸ ਕਰ ਰਹੇ ਹਾਂ, ਅਸੀਂ ਇਹ ਇਮੋਜੀ ਭੇਜ ਕੇ ਦੂਜੇ ਵਿਅਕਤੀ ਨੂੰ ਬਿਨਾਂ ਟੈਕਸਟ ਲਿਖੇ ਦੱਸ ਸਕਦੇ ਹਾਂ। ਪਰ ਕੈਨੇਡਾ ਦੀ ਇੱਕ ਅਦਾਲਤ ਨੇ ਥੰਬਸ ਅਪ ਇਮੋਜੀ ਨੂੰ ਅਧਿਕਾਰਤ ਦਸਤਖਤ ਮੰਨਣ ਤੇ ਇੱਕ ਕਿਸਾਨ ਤੇ $61,442 ਲਗਭਗ 50 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਹੈ। ਰਿਪੋਰਟ ਮੁਤਾਬਕ ਇਹ ਘਟਨਾ ਕੈਨੇਡਾ ਦੇ ਸਸਕੈਚੁਅਨ ਖੇਤਰ ਦੀ ਹੈ। ਇੱਥੇ ਇੱਕ ਪ੍ਰਮੁੱਖ ਅਨਾਜ ਖਰੀਦਦਾਰ ਨੇ ਮਾਰਚ 2021 'ਚ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਕਿ ਉਸ ਦੀ ਕੰਪਨੀ $12.73 ਪ੍ਰਤੀ ਬੁਸ਼ੇਲ ਦੀ ਕੀਮਤ ਤੇ 86 ਟਨ ਫਲੈਕਸ ਖਰੀਦਣ ਦੀ ਯੋਜਨਾ ਬਣਾ ਰਹੀ ਹੈ। ਫਿਰ ਇੱਕ ਖਰੀਦਦਾਰ ਕੈਂਟ ਮਿਕਲਬਰੋ ਨੇ ਸਥਾਨਕ ਕਿਸਾਨ ਕ੍ਰਿਸ ਐਕਟਰ ਨੂੰ ਫੋਨ ਕੀਤਾ ਤੇ ਉਸ ਨੂੰ ਨਵੰਬਰ 'ਚ ਫਲੈਕਸ ਡਿਲੀਵਰੀ ਦਾ ਵਾਅਦਾ ਕਰਨ ਵਾਲੇ ਇਕਰਾਰਨਾਮੇ ਦੀ ਤਸਵੀਰ ਭੇਜੀ ਸੀ। ਉਹਨਾਂ ਮੈਸੇਜ 'ਚ ਲਿਖਿਆ, ਕਿਰਪਾ ਕਰਕੇ ਫਲੈਕਸ ਕੰਟਰੈਕਟ ਦੀ ਪੁਸ਼ਟੀ ਕਰੋ। ਜਵਾਬ 'ਚ ਕਿਸਾਨ ਕ੍ਰਿਸ ਐਕਟਰ ਨੇ ਇੱਕ ਥੰਬਸ ਅਪ ਇਮੋਜੀ ਨਾਲ ਇਕਰਾਰਨਾਮੇ ਦਾ ਜਵਾਬ ਦਿੱਤਾ। ਹਾਲਾਂਕਿ ਕ੍ਰਿਸ ਐਕਟਰ ਨਵੰਬਰ 'ਚ ਫਲੈਕਸ ਪਹੁੰਚਾਉਣ 'ਚ ਅਸਫਲ ਰਿਹਾ ਤੇ ਉਦੋਂ ਤੱਕ
ਫਸਲਾਂ ਦੀਆਂ ਕੀਮਤਾਂ ਵੱਧ ਚੁੱਕੀਆਂ ਸਨ। ਕੈਂਟ ਤੇ ਕ੍ਰਿਸ ਇਮੋਜੀ ਦੇ ਅਰਥ ਬਾਰੇ ਅਸਹਿਮਤ ਨੇ। ਖਰੀਦਦਾਰ ਅਨੁਸਾਰ ਕ੍ਰਿਸ ਦੇ ਉਸ ਦੇ ਸੰਦੇਸ਼ ਦੇ ਜਵਾਬ ਦਾ ਮਤਲਬ ਸੀ ਕਿ ਉਹ ਇਕਰਾਰਨਾਮੇ ਦੀਆਂ ਸ਼ਰਤਾਂ ਨਾਲ ਸਹਿਮਤ ਹੈ। ਦੂਜੇ ਪਾਸੇ ਕ੍ਰਿਸ ਦਲੀਲ ਦਿੰਦਾ ਹੈ ਕਿ ਇਮੋਜੀ ਸਿਰਫ ਇੱਕ ਪ੍ਰਤੀਕ ਸੀ ਕਿ ਉਸ ਨੂੰ ਸੰਦੇਸ਼ 'ਚ ਇਕਰਾਰਨਾਮਾ ਪ੍ਰਾਪਤ ਹੋਇਆ ਸੀ, ਪਰ ਇਹ ਇਸ ਗੱਲ ਦੀ ਪੁਸ਼ਟੀ ਨਹੀਂ ਕਰਦਾ ਕਿ ਉਹ ਇਕਰਾਰਨਾਮੇ ਲਈ ਸਹਿਮਤ ਹੋ ਗਿਆ ਹੈ। ਉਹ ਅੱਗੇ ਕਹਿੰਦਾ ਹੈ, ਮੈਂ ਇਸ ਗੱਲ ਤੋਂ ਇਨਕਾਰ ਕਰਦਾ ਹਾਂ ਕਿ ਉਸ ਨੇ ਅਧੂਰੇ ਇਕਰਾਰਨਾਮੇ ਲਈ ਥੰਬਸ ਅਪ ਇਮੋਜੀ ਨੂੰ ਡਿਜੀਟਲ ਦਸਤਖਤ ਵਜੋਂ ਸਵੀਕਾਰ ਕੀਤਾ ਸੀ। ਮੇਰੇ ਕੋਲ ਫਲੈਕਸ ਇਕਰਾਰਨਾਮੇ ਦੀ ਸਮੀਖਿਆ ਕਰਨ ਦਾ ਸਮਾਂ ਨਹੀਂ ਸੀ ਤੇ ਇੱਕ ਇਮੋਜੀ ਨਾਲ ਜਵਾਬ ਦਿੱਤਾ। ਬਸ ਤੁਹਾਨੂੰ ਇਹ ਦੱਸਣਾ ਚਾਹੁੰਦਾ ਸੀ ਕਿ ਮੈਨੂੰ ਸੁਨੇਹਾ ਮਿਲ ਗਿਆ ਹੈ। ਬੇਰੁਜ਼ਗਾਰੀ ਦਰ ਵਧਣ ਅਤੇ ਤਨਖਾਹਾਂ ਦੇ ਵਾਧੇ ਦੇ ਹੌਲੀ ਹੋਣ ਕਾਰਨ ਕੈਨੇਡੀਅਨ ਲੇਬਰ ਮਾਰਕੀਟ 'ਚ ਨਰਮੀ ਦੇ ਕੁਝ ਸੰਕੇਤ ਦਿਖਾਈ ਦੇ ਰਹੇ ਨੇ। ਸਟੈਟਿਸਟਿਕਸ ਕੈਨੇਡਾ ਵੱਲੋਂ ਜਾਰੀ ਹੋਏ ਅੰਕੜਿਆਂ ਅਨੁਸਾਰ ਕੈਨੇਡੀਅਨ ਅਰਥਚਾਰੇ 'ਚ ਮਈ ਦੌਰਾਨ 60,000 ਨੌਕਰੀਆਂ ਪੈਦਾ ਹੋਈਆਂ ਨੇ। ਮਿਲੀ ਜਾਣਕਾਰੀ ਅਨੁਸਾਰ ਦੇਸ਼ 'ਚ ਬੇਰੁਜ਼ਗਾਰੀ ਦੀ ਦਰ ਜੂਨ 'ਚ ਵੱਧ ਕੇ 5.4% ਹੋ ਗਈ ਹੈ, ਜੋ ਕਿ ਸਾਲ ਵਿੱਚ ਸਭ ਤੋਂ ਵੱਧ ਹੈ। ਸਟੈਟਿਸਟਿਕਸ ਕੈਨੇਡਾ ਨੇ ਸ਼ੁੱਕਰਵਾਰ ਨੂੰ ਰਿਪੋਰਟ ਕੀਤੀ ਕਿ ਇਹ ਵਾਧਾ ਉਸ ਸਮੇਂ ਦਰਜ ਕੀਤਾ ਗਿਆ ਹੈ ਜਦੋਂ ਦੇਸ਼ ਵਿੱਚ 60,000 ਨੌਕਰੀਆਂ ਪੈਦਾ ਹੋਈਆਂ ਨੇ, ਜਿਨ੍ਹਾਂ 'ਚੋਂ ਵਧੇਰੇ ਫੁੱਲ ਟਾਈਮ ਨੇ। ਪੈਦਾ ਹੋਈਆਂ ਨੌਕਰੀਆਂ ਥੋਕ ਅਤੇ ਪਰਚੂਨ ਵਪਾਰ, ਨਿਰਮਾਣ, ਸਿਹਤ ਸੰਭਾਲ, ਆਵਾਜਾਈ ਅਤੇ ਵੇਅਰ ਹਾਊਸਿੰਗ 'ਚ ਕੇਂਦਰਿਤ ਸਨ। ਅਪ੍ਰੈਲ ਮਹੀਨੇ ਦੌਰਾਨ ਬੇਰੁਜ਼ਗਾਰੀ ਦਰ 5% ਤੇ ਬਰਕਰਾਰ ਰਹੀ, ਪਰ ਮਈ ਵਿੱਚ ਬੇਰੁਜ਼ਗਾਰੀ ਦਰ ਵੱਧ ਕੇ 5.2% ਤੇ ਪਹੁੰਚ ਗਈ ਸੀ। ਹਾਲਾਂਕਿ ਲੇਬਰ ਮਾਰਕੀਟ 'ਚ ਢਿੱਲੇ ਪੈਣ ਦੇ ਸੰਕੇਤ ਬੈਂਕ ਆਫ ਕੈਨੇਡਾ ਲਈ ਚੰਗੀ ਖਬਰ ਵਜੋਂ ਆਉਂਦੇ ਨੇ, ਪਰ ਭਵਿੱਖਬਾਣੀ ਕਰਨ ਵਾਲੇ ਅਜੇ ਵੀ ਕੇਂਦਰੀ ਬੈਂਕ ਤੋਂ ਬੁੱਧਵਾਰ ਨੂੰ ਆਪਣੇ ਅਗਲੇ ਵਿਆਜ ਦਰ ਫੈਸਲੇ ਤੇ ਦਰਾਂ ਵਧਾਉਣ ਦੀ ਉਮੀਦ ਕਰ ਰਹੇ ਨੇ। ਵਿਦੇਸ਼ਾਂ ਵਿੱਚ ਰੋਜ਼ਾਨਾ ਪੰਜਾਬੀ ਨੌਜਵਾਨਾਂ ਦੀ ਦਿਲ ਦਾ ਦੌਰਾ ਪੈਣ ਕਰਕੇ ਮੌਤ ਹੋਣ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ। ਤਾਜ਼ਾ ਮਾਮਲਾ ਕੈਨੇਡਾ ਤੋਂ ਸਾਹਮਣੇ ਆਇਆ ਹੈ, ਜਿੱਥੇ ਜਲੰਧਰ ਦੇ ਗੁਰਾਇਆਂ ਦੇ ਰਹਿਣ ਵਾਲੇ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਕਰਕੇ ਮੌਤ ਹੋ ਗਈ। ਮ੍ਰਿਤਕ ਨੌਜਵਾਨ ਦੀ ਪਛਾਣ ਅਮਨ ਸੈਣੀ ਵਜੋਂ ਹੋਈ ਹੈ, ਜੋ ਕਿ ਗੁਰਾਇਆਂ ਦਾ ਰਹਿਣ ਵਾਲਾ ਸੀ। ਦੱਸਿਆ ਜਾ ਰਿਹਾ ਹੈ ਕਿ ਇਹ ਨੌਜਵਾਨ ਦਾ 2 ਦਿਨ ਪਹਿਲਾਂ ਹੀ ਜਨਮ ਦਿਨ ਸੀ। ਜਿਵੇਂ ਹੀ ਨੌਜਵਾਨ ਦੀ ਮੌਤ ਦੀ ਖਬਰ ਪਰਿਵਾਰ ਵਾਲਿਆਂ ਨੂੰ ਲੱਗੀ ਤਾਂ ਸੋਗ ਦੀ ਲਹਿਰ ਦੌੜ ਗਈ। ਜਵਾਨ ਪੁੱਤ ਦੀ ਮੌਤ ਦੀ ਖਬਰ ਸੁਣ ਪਰਿਵਾਰ ਵਾਲਿਆਂ ਦਾ ਰੋ ਰੋ ਕੇ ਬੁਰਾ ਹਾਲ ਹੋਇਆ ਪਿਆ ਹੈ। ਜਾਣਕਾਰੀ ਮੁਤਾਬਕ ਅਮਨ ਸੈਣੀ ਕੁਝ ਸਾਲਾਂ ਤੋਂ ਕੈਨੇਡਾ ਰਹਿ ਰਿਹਾ ਸੀ। ਪੰਜਾਬ 'ਚ ਰਹਿੰਦੇ ਹੋਏ ਉਸਨੇ ਸੱਭਿਆਚਾਰ ਨੂੰ ਪ੍ਰਫੁੱਲਿਤ ਕਰਨ ਲਈ ਬੱਚਿਆਂ ਦੇ ਟੈਲੈਂਟ ਨਾਲ ਸੰਬੰਧਿਤ ਕਈ ਪ੍ਰੋਗਰਾਮ ਕਰਵਾਏ ਸਨ। ਅਮਨ ਸੈਣੀ ਵਿਆਹੁਤਾ ਸੀ। ਇਹ ਵੀ ਦੱਸਿਆ ਜਾ ਰਿਹਾ ਹੈ ਕਿ AR ਸੈਣੀ ਗਲੈਮਰ ਵਰਲਡ ਚਲਾ ਰਿਹਾ ਸੀ। ਅਮਨ ਖੁਦ ਵੀ ਮਾਡਲਿੰਗ ਕਰਦਾ ਸੀ ਤੇ ਪਤਨੀ ਰਜਨੀ ਵੀ ਮਾਡਲ ਹੈ। ਅਮਨ ਦਾ ਇੱਕ ਪੁੱਤਰ ਹੈ। ਪਰਿਵਾਰ ਵਿੱਚ ਉਸ ਦਾ ਭਰਾ, ਮਾਤਾ ਤੇ ਪਤਨੀ ਸਣੇ ਪੁੱਤਰ ਵੀ ਕੈਨੇਡਾ 'ਚ ਹੀ ਰਹਿੰਦੇ ਨੇ। ਕੈਨੇਡਾ 'ਚ ਪੰਜਾਬੀ ਉਬਰ ਡਰਾਈਵਰ ਤੇ ਹਮਲਾ ਕਰਨ ਦੇ ਮਾਮਲੇ 'ਚ ਬ੍ਰਿਟਿਸ਼ ਕੋਲੰਬੀਆ ਸੂਬਾਈ ਅਦਾਲਤ ਨੇ ਐਬਸਫੋਰਡ ਨਿਵਾਸੀ 38 ਸਾਲਾ ਵਿਲੀਅਮ ਟਿਕ ਨੂੰ 1 ਦਿਨ ਦੀ ਜੇਲ੍ਹ ਤੇ 1 ਸਾਲ ਪ੍ਰੋਬੇਸ਼ਨ ਦੀ ਸਜ਼ਾ ਸੁਣਾਈ ਹੈ। ਇਸ ਦੇ ਨਾਲ ਹੀ ਦੋਸ਼ੀ ਨੂੰ $100 ਵਿਕਟਮ ਸਰਚਾਰਜ ਜੁਰਮਾਨਾ ਵੀ ਲਗਾਇਆ ਗਿਆ ਹੈ। ਦੱਸਦੀ ਹੈ ਕਿ 18 ਅਪ੍ਰੈਲ ਨੂੰ ਉਬਰ ਡਰਾਈਵਰ ਅਮਨ ਸੂਦ ਨੇ ਸਵੇਰੇ 6:39 ਤੇ ਐਬਸਫੋਰਡ ਦੇ ਪਲੈਨਟ ਫਿਟਨੈਸ ਨੇੜਿਓਂ ਵਿਲੀਅਮ ਨੂੰ ਆਪਣੀ ਕਾਰ 'ਚ ਬਿਠਾਇਆ। ਇਸ ਦੌਰਾਨ ਜਦੋਂ ਉਹ ਵਿਲੀਅਮ ਵੱਲੋਂ ਦੱਸੇ ਰਸਤੇ ਅਨੁਸਾਰ ਹਾਈਵੇ ਤੋਂ ਸੱਜੇ ਪਾਸੇ ਮੁੜਿਆ ਤਾਂ ਅਚਾਨਕ ਵਿਲੀਅਮ ਨੇ ਉਸ ਨੂੰ ਮੰਦਾ ਬੋਲਣਾ ਸ਼ੁਰੂ ਕਰ ਦਿੱਤਾ। ਇਸ ਮਗਰੋਂ ਅਮਨ ਨੇ ਆਪਣੀ ਉਬਰ ਨੂੰ ਇੱਕ ਪੈਟਰੋਲ ਪੰਪ ਤੇ ਖੜੀ ਕਰ ਦਿੱਤਾ। ਗੁੱਸੇ 'ਚ ਵਿਲੀਅਮ ਨੇ ਅਮਨ ਤੇ ਹਮਲਾ ਕਰ ਦਿੱਤਾ, ਜਿਸ ਕਾਰਨ ਉਹ ਜ਼ਖਮੀ ਹੋ ਗਿਆ ਸੀ। ਵਿਲੀਅਮ ਟਿਕਲ ਨੇ ਬੀਤੀ 28 ਜੂਨ ਨੂੰ ਅਦਾਲਤ 'ਚ ਆਪਣਾ ਗੁਨਾਹ ਕਬੂਲ ਕਰ ਲਿਆ ਸੀ। ਜ਼ਿਕਰਯੋਗ ਹੈ ਕਿ ਅਮਨ ਸੂਦ 4 ਸਾਲ ਪਹਿਲਾਂ ਪੰਜਾਬ ਤੋਂ ਕੈਨੇਡਾ ਆਇਆ ਸੀ। ਅਮਰੀਕਾ 'ਚ ਭਾਰਤੀ ਦੂਤਾਵਾਸ ਤੇ ਹਾਲ ਹੀ 'ਚ ਹੋਏ ਹਮਲੇ ਅਤੇ ਅੱਗ ਦੀ ਜਾਂਚ ਰਾਸ਼ਟਰੀ ਜਾਂਚ ਏਜੰਸੀ ਕਰੇਗੀ। ਭਾਰਤ ਤੋਂ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਦੇ 5 ਮੈਂਬਰਾਂ ਦੀ ਟੀਮ ਜਾਂਚ ਲਈ ਅਮਰੀਕਾ ਦੇ ਸੈਨ ਫਰਾਂਸਿਸਕੋ ਜਾਵੇਗੀ। ਸੂਤਰਾਂ ਦੇ ਹਵਾਲੇ ਨਾਲ ਪਤਾ ਲੱਗਾ ਹੈ ਕਿ ਏਜੰਸੀ ਦੇ ਮੈਂਬਰਾਂ ਨੂੰ ਅਮਰੀਕਾ ਭੇਜਣ ਲਈ ਸਾਰੀ ਕਾਗਜ਼ੀ ਕਾਰਵਾਈ ਮੁਕੰਮਲ ਕਰ ਲਈ ਗਈ ਹੈ ਤੇ ਟੀਮ ਦੇ 17 ਜੁਲਾਈ ਨੂੰ ਰਵਾਨਾ ਹੋਣ ਦੀ ਸੰਭਾਵਨਾ ਹੈ। ਕੈਨੇਡਾ 'ਚ ਹਰਦੀਪ ਸਿੰਘ ਨਿੱਜਰ ਦੀ ਹੱਤਿਆ ਦੇ ਵਿਰੋਧ 'ਚ 1 ਜੁਲਾਈ ਨੂੰ ਰਾਤ ਨੂੰ ਅਮਰੀਕਾ ਦੇ ਸੈਨ ਫਰਾਂਸਿਸਕੋ ਸਥਿਤ ਭਾਰਤੀ ਦੂਤਾਵਾਸ ਤੇ ਹਮਲਾ ਕਰਕੇ ਅੱਗ ਲਗਾ ਦਿੱਤੀ ਗਈ ਸੀ। ਹਾਲਾਂਕਿ ਇਸ ਘਟਨਾ 'ਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ, ਪਰ ਸਰਕਾਰੀ ਜਾਇਦਾਦ ਨੂੰ ਨੁਕਸਾਨ ਪਹੁੰਚਿਆ ਹੈ।
ਇਸ ਤੋਂ ਬਾਅਦ ਕੁਝ ਪੋਸਟਰ ਵੀ ਜਾਰੀ ਕੀਤੇ ਗਏ। ਉਨ੍ਹਾਂ ਪੋਸਟਰਾਂ ਦੇ ਉੱਤੇ ਭਾਰਤੀ ਹਾਈ ਕਮਿਸ਼ਨ ਅਤੇ ਵਿਦੇਸ਼ ਮੰਤਰਾਲੇ ਦੇ ਹੋਰ ਅਧਿਕਾਰੀਆਂ ਦੀਆਂ ਤਸਵੀਰਾਂ ਲਗਾ ਕੇ ਹੱਤਿਆ ਲਈ ਦੋਸ਼ੀ ਠਹਿਰਾਇਆ ਗਿਆ ਸੀ। ਵੱਖਵਾਦੀ ਸੰਗਠਨਾਂ ਨੇ 3 ਦੇਸ਼ਾਂ ਅਮਰੀਕਾ, ਕੈਨੇਡਾ ਅਤੇ ਇੰਗਲੈਂਡ 'ਚ ਅਜਿਹੇ ਪੋਸਟਰ ਜਾਰੀ ਕੀਤੇ ਸਨ। ਇਸ ਦੇ ਨਾਲ ਹੀ ਇਹ ਵੀ ਲਿਖਿਆ ਗਿਆ ਕਿ ਨਿੱਜਰ ਦੇ ਕਤਲ ਦੇ ਵਿਰੋਧ 'ਚ 8 ਜੁਲਾਈ ਨੂੰ ਕੈਨੇਡਾ ਦੇ ਮੌਲਟਨ 'ਚ ਇੱਕ ਫਰੀडम ਰੈਲੀ ਕੀਤੀ ਜਾਵੇਗੀ। ਜ਼ਿਕਰ ਕਰ ਦਈਏ ਕਿ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ NIA ਦੇ ਮੈਂਬਰ ਅਮਰੀਕਾ ਦੇ ਸੈਨ ਫਰਾਂਸਿਸਕੋ ਪਹੁੰਚ ਕੇ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰਨਗੇ ਕਿ ਕੀ ਭਾਰਤੀ ਦੂਤਾਵਾਸ ਤੇ ਹਮਲੇ ਪਿੱਛੇ ਖਾਲਿਸਤਾਨੀ ਸਮਰਥਕ ਹੀ ਸਨ ਜਾਂ ਕਿਸੇ ਹੋਰ ਭਾਰਤ ਵਿਰੋਧੀ ਸ਼ਕਤੀ ਦਾ ਹੱਥ ਸੀ। ਇਸ ਦੇ ਨਾਲ ਹੀ ਰਾਸ਼ਟਰੀ ਜਾਂਚ ਏਜੰਸੀ ਦੇ ਮੈਂਬਰ ਹਮਲੇ 'ਚ ਸ਼ਾਮਲ ਲੋਕਾਂ ਬਾਰੇ ਵੀ ਪਤਾ ਲਗਾਉਣਗੇ। ਏਜੰਸੀ ਨੂੰ ਸ਼ੱਕ ਹੈ ਕਿ ਅਗਜ਼ਨੀ 'ਚ ਸਿਰਫ ਖਾਲਿਸਤਾਨੀ ਹੀ ਨਹੀਂ ਬਲਕਿ ਹੋਰ ਲੋਕ ਵੀ ਸ਼ਾਮਲ ਸਨ। ਅਮਰੀਕਾ 'ਚ ਰੋਜ਼ ਗੋਲੀਬਾਰੀ ਦੀਆਂ ਘਟਨਾਵਾਂ ਵੇਖਣ ਨੂੰ ਮਿਲਦੀਆਂ ਨੇ। ਲੱਖ ਕੋਸ਼ਿਸ਼ਾਂ ਦੇ ਬਾਅਦ ਵੀ ਅਜੇ ਤੱਕ ਅਜਿਹੀਆਂ ਘਟਨਾਵਾਂ ਤੇ ਕਾਬੂ ਨਹੀਂ ਪਾਇਆ ਜਾ ਸਕਿਆ। ਹਾਲਾਂਕਿ ਸਰਕਾਰ ਅਜਿਹੀਆਂ ਘਟਨਾਵਾਂ ਨੂੰ ਅੰਜਾਮ ਦੇਣ ਵਾਲਿਆਂ ਨਾਲ ਸਖਤੀ ਨਾਲ ਨਜਿੱਠ ਰਹੀ ਹੈ। ਤਾਜ਼ਾ ਮਾਮਲਾ ਟੈਕਸਾਸ ਨਾਲ ਸੰਬੰਧਿਤ ਹੈ, ਜਿੱਥੇ ਵਾਲਮਾਰਟ 'ਚ 23 ਲੋਕਾਂ ਦੀ ਹੱਤਿਆ ਕਰਨ ਵਾਲੇ ਵਿਅਕਤੀ ਨੂੰ 90 ਸਾਲ ਦੀ ਸਜ਼ਾ ਸੁਣਾਈ ਗਈ ਹੈ। ਇੰਡੀਆ ਟੁਡੇ ਦੀ ਰਿਪੋਰਟ ਦੇ ਮੁਤਾਬਕ ਦੋਸ਼ੀ ਵਿਅਕਤੀ ਨੇ ਸਾਲ 2019 'ਚ ਐਲ ਪਾਸੋ 'ਚ ਸਮੂਹਿਕ ਗੋਲੀਬਾਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਸੀ। ਫਿਰ ਉਸ ਨੇ ਵਾਲਮਾਰਟ ਦੇ ਅੰਦਰ ਅੰਨ੍ਹੇਵਾਹ ਗੋਲੀਆਂ ਚਲਾ ਕੇ 23 ਲੋਕਾਂ ਨੂੰ ਨਿਸ਼ਾਨਾ ਬਣਾਇਆ। ਦੋਸ਼ੀ ਨੌਜਵਾਨ ਦੀ ਪਛਾਣ ਪੈਟਰਿਕ ਕਰੂਸੀਅਸ ਵਜੋਂ ਹੋਈ ਹੈ, ਜਿਸ ਨੂੰ ਇਸ ਸਾਲ ਦੇ ਸ਼ੁਰੂ 'ਚ ਦੋਸ਼ੀ ਠਹਿਰਾਇਆ ਗਿਆ ਸੀ। ਹੁਣ ਇਸ ਵਿਅਕਤੀ ਨੂੰ 90 ਸਾਲ ਦੀ ਸਜ਼ਾ ਸੁਣਾਈ ਗਈ ਹੈ। ਹਾਲਾਂਕਿ ਪੈਟਰਿਕ ਨੂੰ ਹੋਰ ਸਜ਼ਾ ਵਜੋਂ ਮੌਤ ਦੀ ਸਜ਼ਾ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ। ਪੈਟਰਿਕ ਕਰੂਸੀਅਸ ਨੇ ਸੁਣਵਾਈ ਦੌਰਾਨ ਅਦਾਲਤ 'ਚ ਕੁਝ ਨਹੀਂ ਕਿਹਾ। ਹਾਲਾਂਕਿ ਉਸ ਦੇ ਵਕੀਲ ਨੇ ਯਕੀਨੀ ਤੌਰ ਤੇ ਆਪਣਾ ਕੇਸ ਪੇਸ਼ ਕੀਤਾ। ਟੈਕਸਾਸ ਟ੍ਰਿਬਿਊਨ ਅਖਬਾਰ ਮੁਤਾਬਕ ਉਸ ਦੇ ਅਟਾਰਨੀ ਨੇ ਕਿਹਾ ਕਿ ਸ਼ੂਟਰ ਮਾਨਸਿਕ ਰੋਗ ਤੋਂ ਪੀੜਤ ਸੀ, ਜਿਸ ਕਾਰਨ ਉਸ ਨੇ ਗੋਲੀਬਾਰੀ ਕੀਤੀ। ਹਾਲਾਂਕਿ ਸਰਕਾਰੀ ਵਕੀਲ ਨੇ ਇਸ ਤੋਂ ਇਨਕਾਰ ਕੀਤਾ ਤੇ ਕਿਹਾ ਕਿ ਕਰੂਸੀਅਸ ਨੂੰ ਪਤਾ ਸੀ ਕਿ ਜਦੋਂ ਉਸ ਨੇ ਅਪਰਾਧ ਕੀਤਾ ਸੀ ਤਾਂ ਉਹ ਕੀ ਕਰ ਰਿਹਾ ਸੀ। ਇਸ ਦੇ ਬਾਵਜੂਦ ਉਸ ਨੇ ਲੋਕਾਂ ਤੇ ਰਹਿਮ ਨਹੀਂ ਕੀਤਾ। ਮਾਰਗਰੇਟ ਲੀਚਮੈਨ ਵੈਸਟਰਨ ਡਿਸਟ੍ਰਿਕਟ ਆਫ ਟੈਕਸਾਸ ਦੀ ਪਹਿਲੀ ਸਹਾਇਕ ਅਮਰੀਕੀ ਅਟਾਰਨੀ, ਜਿਸ ਨੇ ਕੇਸ ਦਾ ਮੁਕੱਦਮਾ ਚਲਾਇਆ, ਨੇ ਲਿਖਤੀ ਬਿਆਨ 'ਚ ਕਿਹਾ ਕਿ ਉਸ ਨੂੰ ਉਮੀਦ ਹੈ ਕਿ ਸਜ਼ਾ ਪੀੜਤਾਂ ਦੇ ਪਰਿਵਾਰ ਵਿੱਚ ਕੁਝ ਸ਼ਾਂਤੀ ਲਿਆਏਗੀ। ਫਿਰ ਘਟਨਾ ਨੂੰ ਅੰਜਾਮ ਦੇਣ ਤੋਂ ਪਹਿਲਾਂ ਦੋਸ਼ੀ ਵਿਅਕਤੀ ਨੇ ਆਨਲਾਈਨ ਨਸਲੀ ਟਿੱਪਣੀ ਪੋਸਟ ਕਰਕੇ ਗੋਲੀਬਾਰੀ ਕਰਨ ਦੀ ਚੇਤਾਵਨੀ ਦਿੱਤੀ ਸੀ, ਜਿਸ ਨੂੰ ਉਸਨੇ ਫਰਵਰੀ 'ਚ ਸਵੀਕਾਰ ਕਰਕੇ ਆਪਣਾ ਜੁਰਮ ਕਬੂਲ ਕਰ ਲਿਆ ਸੀ। 1 ਮਈ 2023 ਨੂੰ ਅਮਰੀਕੀ ਖਜ਼ਾਨੇ ਦੀ ਸਕੱਤਰ ਜੈਨੇਟ ਯੈਲਨ ਨੇ ਕਾਂਗਰਸ ਨੂੰ ਸਰਕਾਰ ਦੀ ਕਰਜ਼ਾ ਹੱਦ ਵਧਾਉਣ ਲਈ ਚਿੱਠੀ ਲਿਖੀ। ਯੈਲਨ ਅਨੁਸਾਰ ਜੇ ਕਾਂਗਰਸ ਨੇ ਇਹ ਹੱਦ ਨਾ ਵਧਾਈ ਤਾਂ ਅਮਰੀਕਾ ਜਲਦ ਹੀ ਆਪਣੀਆਂ ਵਿੱਤੀ ਦੇਣਦਾਰੀਆਂ ਪੂਰਨ ਦੇ ਅਸਮਰੱਥ ਹੋ ਜਾਵੇਗਾ। ਅਮਰੀਕੀ ਕਾਂਗਰਸ ਕੋਲ ਇਹ ਕਰਜ਼ਾ ਹੱਦ ਵਧਾਉਣ ਦਾ ਸਮਾਂ 1 ਜੂਨ ਤੱਕ ਸੀ ਤਾਂ ਜੋ ਅਮਰੀਕਾ ਨਾ ਸਿਰਫ ਆਪਣੀਆਂ ਵਿੱਤੀ ਦੇਣਦਾਰੀਆਂ ਪੂਰੀਆਂ ਕਰ ਸਕੇ, ਸਗੋਂ ਆਪਣੇ ਸੰਸਾਰ ਆਰਥਿਕਤਾ ਦੇ ਚੌਧਰੀ ਹੋਣ ਦੀ ਹੈਸੀਅਤ ਨੂੰ ਹਾਲ ਦੀ ਘੜੀ ਜਾਰੀ ਰੱਖ ਸਕੇ। ਇਹ ਕਰਜ਼ਾ ਹੱਦ ਵਧਾਉਣ ਲਈ ਅਮਰੀਕਾ ਦੀਆਂ 2 ਪ੍ਰਮੁੱਖ ਪਾਰਟੀਆਂ ਡੈਮੋਕ੍ਰੈਟਿਕ ਤੇ ਰਿਪਬਲਿਕਨ ਪਾਰਟੀ ਵਿਚਕਾਰ ਸਹਿਮਤੀ ਬਣਨੀ ਜ਼ਰੂਰੀ ਸੀ। ਅਮਰੀਕਾ ਦੇ ਮੁੱਖ ਧਾਰਾ ਮੀਡੀਆ ਨੇ ਮਹੀਨਾ ਭਰ ਇਸ ਗੱਲ ਨੂੰ ਬਹੁਤ ਤੂਲ ਦਿੱਤੀ ਕਿ ਇਹਨਾਂ ਦੋਹਾਂ ਪਾਰਟੀਆਂ ਦੇ ਨੁਮਾਇੰਦਿਆਂ 'ਚ ਸਹਿਮਤੀ ਬਣਨੀ ਔਖੀ ਹੈ ਤੇ ਅਜਿਹਾ ਨਾ ਹੋਣ ਤੇ ਅਮਰੀਕਾ ਦਾ ਅਰਥਚਾਰਾ ਡੂੰਘੇ ਸੰਕਟ 'ਚ ਫਸ ਜਾਵੇਗਾ, ਜਿਸ ਦਾ ਸਭ ਤੋਂ ਮਾੜਾ ਅਸਰ ਅਮਰੀਕਾ ਦੀ ਆਮ ਲੋਕਾਈ ਤੇ ਪਵੇਗਾ। ਓਬਾਮਾ ਹਕੂਮਤ ਦੌਰਾਨ 2011 'ਚ ਜਦ ਕਰਜ਼ਾ ਸੀਮਾ ਵਧਾਈ ਗਈ ਸੀ, ਉਦੋਂ ਤੋਂ 2023 ਤੱਕ ਕਾਰਪੋਰੇਟ ਕਰਾਂ ਜਾਂ ਟੈਕਸਾਂ ਦੇ ਵਿੱਚ 60% ਗਿਰਾਵਟ ਆਈ ਹੈ। ਸਿਰਫ 2022 ਵਿੱਚ ਹੀ ਅਮਰੀਕੀ ਸਰਕਾਰ ਨੇ ਫੌਜੀ ਖਰਚਿਆਂ ਉੱਤੇ 1 ਖਰਬ ਅਮਰੀਕੀ ਡਾਲਰ ਤੋਂ ਵੱਧ ਖਰਚਾ ਕੀਤਾ ਤੇ ਸਿਰਫ 1 ਸਾਲ ਵਿੱਚ ਹੀ ਯੂਕਰੇਨ ਨੂੰ ਰੂਸ ਖਿਲਾਫ ਜੰਗ 113 ਅਰਬ ਅਮਰੀਕੀ ਡਾਲਰ ਦੀ ਰਕਮ ਜਾਰੀ ਕੀਤੀ। ਦੁਨੀਆ ਭਰ ਦੀਆਂ ਸਰਕਾਰਾਂ ਆਰਥਿਕ ਮੰਦਵਾੜੇ ਅਤੇ ਸੰਕਟ ਦੇ ਬੋਝ ਨੂੰ
ਲੋਕਾਂ ਸਿਰ ਸੁੱਟਣ ਦੀ ਕੋਸ਼ਿਸ਼ 'ਚ ਰੁੱਝੀਆਂ ਹੋਈਆਂ ਨੇ, ਜਿਨ੍ਹਾਂ 'ਚੋਂ ਉਗੜਵੀਂ ਉਦਾਹਰਣ ਫਰਾਂਸ ਦੀ ਮੈਕਰੋਨ ਸਰਕਾਰ ਵੱਲੋਂ ਸੇਵਾ ਮੁਕਤੀ ਦੀ ਉਮਰ 'ਚ ਵਾਧਾ ਕਰਨਾ ਹੈ, ਜਿਸ ਖਿਲਾਫ ਫਰਾਂਸ ਦੇ ਲੱਖਾਂ ਹੀ ਕਿਰਤੀ ਸੜਕਾਂ ਤੇ ਨੇ। ਅਮਰੀਕੀ ਸਰਕਾਰ ਦੀ ਕਰਜ਼ਾ ਸੀਮਾ ਵਧਾਉਣ ਬਹਾਨੇ ਡੈਮੋਕ੍ਰੈਟਿਕ ਤੇ ਰਿਪਬਲਿਕਨ ਪਾਰਟੀ ਦੀ ਆਪਸੀ ਸਹਿਮਤੀ ਨਾਲ ਅਮਰੀਕੀ ਸਰਕਾਰ ਨੇ ਵਿੱਤੀ ਜ਼ਿੰਮੇਵਾਰੀ ਐਕਟ ਪਾਸ ਕੀਤਾ, ਜਿਸ ਤਹਿਤ ਅਗਲੇ ਸਮੇਂ 'ਚ ਗੈਰ ਫੌਜੀ ਖਰਚੇ ਘਟਾਉਣਾ ਸਰਕਾਰ ਦੀ ਜ਼ਿੰਮੇਵਾਰੀ ਹੋਵੇਗਾ। 2024 ਤੇ 2025 ਲਈ ਇਸ ਐਕਟ ਤਹਿਤ ਇੱਕ ਹੱਦ ਤੋਂ ਵੱਧ ਗੈਰ ਫੌਜੀ ਖਰਚਿਆਂ ਉੱਤੇ ਸਰਕਾਰ ਖਰਚ ਨਹੀਂ ਕਰ ਸਕਦੀ। 30 ਅਰਬ ਅਮਰੀਕੀ ਡਾਲਰ ਜੋ ਲੋਕ ਭਲਾਈ ਸਕੀਮਾਂ ਉੱਤੇ ਖਰਚੇ ਜਾਣੇ ਸਨ ਤੇ ਕਰੋਨਾ ਕਾਲ ਤੋਂ ਵਰਤੇ ਨਹੀਂ ਗਏ ਸਨ, ਉਹ ਹੁਣ ਇਹਨਾਂ ਸਕੀਮਾਂ ਲਈ ਨਹੀਂ ਵਰਤੇ ਜਾ ਸਕਣਗੇ। ਇਸ ਦਾ ਸਿੱਧਾ ਮਤਲਬ ਗਰੀਬੀ, ਬੇਰੋਜ਼ਗਾਰੀ ਨਾਲ ਜੂਝ ਰਹੀ ਅਮਰੀਕਾ ਦੀ ਲੁਕਾਈ ਉੱਤੇ ਬੋਝ ਜਲਦ ਹੀ ਦੂਣ ਸਵਾਇਆ ਹੋਣ ਦੀ ਸੰਭਾਵਨਾ ਹੈ। ਇਹ ਸਨ ਹੁਣ ਤੱਕ ਦੀਆਂ ਖਬਰਾਂ ਤੇ ਇਸ ਦੇ ਨਾਲ ਹੀ ਦਿਓ ਆਪਣੇ ਜਸਵੀਰ ਨੂੰ ਇਜਾਜ਼ਤ। ਦੇਖਦੇ ਰਹੋ ਟੀਵੀ ਪੰਜਾਬ। ਯੂਕਰੇਨ ਨੂੰ ਕਲਸਟਰ ਹਥਿਆਰ ਭੇਜਣ ਦੇ ਖਿਲਾਫ ਕੈਨੇਡਾ ਸਰਕਾਰ ਨੇ ਕਿਹਾ ਕਿ ਅਸੀਂ ਕਲਸਟਰ ਹਥਿਆਰਾਂ ਦੀ ਵਰਤੋਂ ਦਾ ਸਮਰਥਨ ਨਹੀਂ ਕਰਦੇ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਫੈਡਰਲ ਸਰਕਾਰ BC ਬੰਦਰਗਾਹ ਹੜਤਾਲ ਨੂੰ ਖਤਮ ਕਰਨ ਲਈ ਦੋਵਾਂ ਪਾਸਿਆਂ ਤੇ ਦਬਾਅ ਪਾਉਣਾ ਜਾਰੀ ਰੱਖੇਗੀ। ਟਰਾਂਸਪੋਰਟ ਮੰਤਰੀ ਨੇ ਸਰਕਾਰ ਨੂੰ ਕਿਹਾ ਸੀ ਬੈਕ ਟੂ ਵਰਕ ਕਾਨੂੰਨ ਤੇ ਵਿਚਾਰ ਕਰਨ। ਡਾਊਨਟਾਊਨ ਟੋਰਾਂਟੋ 'ਚ ਇੱਕ ਡੇ ਕੇਅਰ ਨੇੜੇ ਗੋਲੀਬਾਰੀ 'ਚ ਇੱਕ ਔਰਤ ਦੀ ਮੌਤ। ਪੁਲਿਸ 2 ਸ਼ੱਕੀਆਂ ਦੀ ਤਲਾਸ਼ ਕਰ ਰਹੀ ਹੈ। ਸ਼ੱਕੀਆਂ ਨੂੰ ਆਖਰੀ ਵਾਰ ਉੱਤਰ ਵੱਲ ਜਾਣ ਵਾਲੀ ਕੁਈਨ ਸਟਰੀਟ ਈਸਟ ਤੇ ਦੇਖਿਆ ਗਿਆ। ਕੈਨੇਡਾ 'ਚ ਇੱਕ ਪੰਜਾਬੀ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਹੋਈ ਮੌਤ। ਮਾਡਲਿੰਗ ਦੇ ਖੇਤਰ 'ਚ ਸਰਗਰਮ ਸੀ ਇਹ ਨੌਜਵਾਨ।